Hello everyone, welcome to this channel once again. I am Dr. Meenu from Government Senior Secondary School Jalal Usma ਅੰਮ੍ਰਿਤਸਰ। ਅੱਜ ਦੀ ਵੀਡੀਓ ਦਾ ਜੋ ਟੌਪਿਕ ਹੈ ਉਹ 10th ਕਲਾਸ ਦਾ ਵੀਕਲੀ ਟੈਸਟ ਹੈ ਜੋ ਕਿ 5 ਫਰਵਰੀ ਨੂੰ ਹੋਇਆ ਹੈ ਤੇ ਜਿਸ ਦਾ ਜੋ ਟੌਪਿਕ ਸੀ ਉਹ ਸੀ ਸਰਫੇਸ ਏਰੀਆ ਐਂਡ ਵੋਲਿਊਮ। ਠੀਕ ਹੈ, ਜਿੱਦਾਂ ਬਾਕੀ ਟੈਸਟ ਹੈ 20 ਮਾਰਕਸ ਤੇ ਇਹ ਵੀ ਕਿੰਨੇ ਦਾ ਹੈ 20 ਮਾਰਕਸ ਦਾ ਐਂਡ 40 ਮਿੰਟਸ ਦਾ। ਸੋ ਪਾਰਟ ਏ ਦੇ ਵਿੱਚ ਦੇਖੋ ਜੋ ਸਾਡੇ ਕੋਲ ਮਲਟੀਪਲ ਚੋਇਸ ਕੁਐਸਚਨ ਹੈ ਉਹਦਾ ਜੋ ਫਸਟ ਕੁਐਸਚਨ ਹੈ ਉਹ ਹੈ ਵੇਲਣ ਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਨ ਦਾ ਸੂਤਰ। ਵਾਟ ਇਜ਼ ਦਾ ਫਾਰਮੂਲਾ ਟੂ ਫਾਈਂਡ ਦਾ ਕਰਵਡ ਸਰਫੇਸ ਏਰੀਆ ਆਫ ਸਿਲੰਡਰ। ਹੁਣ ਕਿਹਦੀ ਗੱਲ ਇੱਥੇ ਕੀਤੀ ਹੋਈ ਇਹਨਾਂ ਨੇ, ਸਿਲੰਡਰ ਦੀ। ਸਿਲੰਡਰ ਦਾ ਇਹਨਾਂ ਨੇ ਕਰਵਡ ਸਰਫੇਸ ਏਰੀਆ ਜਿਸ ਨੂੰ ਕਿ ਪੰਜਾਬੀ ਵਿੱਚ ਵਕਰ ਸਤ੍ਹਾ ਦਾ ਖੇਤਰਫਲ ਕਹਿੰਦੇ ਆ ਉਹ ਪਤਾ ਕਰਨ ਦਾ ਫਾਰਮੂਲਾ ਪੁੱਛਿਆ ਹੋਇਆ। ਹੁਣ ਇਹਦਾ ਫਾਰਮੂਲਾ ਦੇਖੋ ਕਿਸ ਤਰ੍ਹਾਂ ਬਣਦਾ, ਇਹਨੂੰ ਮੈਂ ਥੋੜ੍ਹਾ ਜਿਹਾ ਐਕਸਪਲੇਨ ਕਰੂੰਗੀ ਤਾਂ ਕਿ ਤੁਹਾਨੂੰ ਇਹਨੂੰ ਰੱਟਾ ਨਾ ਲਗਾਉਣਾ ਪਵੇ, ਪੂਰੀ ਅੰਡਰਸਟੈਂਡਿੰਗ ਦੇ ਨਾਲ ਤੁਸੀਂ ਇਹਨੂੰ ਲਰਨ ਕਰੋ। ਇਹ ਰਿਹਾ ਸਿਲੰਡਰ, ਤੁਸੀਂ ਸਭ ਨੇ ਦੇਖਿਆ ਹੀ ਹੋਇਆ, ਇਹਨੂੰ ਅਸੀਂ ਬੋਲਦੇ ਹਾਂ ਸਿਲੰਡਰ। ਜੇ ਅਸੀਂ ਸਿਲੰਡਰ ਦੀ ਗੱਲ ਕਰੀਏ ਤਾਂ ਸਿਲੰਡਰ ਦੀ ਇੱਕ ਆਹ ਵਾਲੀ ਸਤ੍ਹਾ ਹੈ, ਇੱਕ ਦੇਖੋ ਇਹਦੇ ਉੱਪਰ ਚੱਕਰ ਤੇ ਇੱਕ ਇਹਦੇ ਨੀਚੇ। ਠੀਕ ਹੈ, ਆਹ ਦੋ ਕੀ ਹੈ ਸਰਕਲਸ ਹੈ ਇਹਦੇ। ਜੇ ਆਪਾਂ ਇਹਨੂੰ ਪਾਰਟਸ ਦੇ ਵਿੱਚ ਇਹਨੂੰ ਦੇਖੀਏ ਤਾਂ ਸਿਲੰਡਰ ਦੀ ਜੋ ਇਹ ਵਾਲੀ ਸਤ੍ਹਾ ਹੈ ਜਿਹਨੂੰ ਅਸੀਂ ਵਕਰ ਸਤ੍ਹਾ ਬੋਲਦੇ ਹਾਂ, ਜਿਹਦਾ ਕਿ ਫਾਰਮੂਲਾ ਪੁੱਛਿਆ ਹੋਇਆ, ਉਹ ਸਾਡੇ ਕੋਲ ਕੀ ਬਣਦੀ, ਜਿਸ ਨੂੰ ਓਪਨ ਕਰੀਏ ਤੇ ਇਹ ਬਣਦੀ ਹੈ ਸਾਡੇ ਕੋਲ ਇੱਕ ਰੈਕਟੈਂਗਲ। ਰੈਕਟੈਂਗਲ ਜਿਹਨੂੰ ਅਸੀਂ ਬੋਲਦੇ ਹਾਂ ਆਇਤ। ਇਹ ਸਾਡੇ ਕੋਲ ਆਇਤ ਹੈ ਤੇ ਆਹ ਜਿਹੜਾ ਉੱਪਰ ਵਾਲਾ ਇੱਕ ਹਿੱਸਾ ਦੇਖੋ ਉਹ ਇੱਕ ਚੱਕਰ ਇਹ ਵਾਲਾ ਬਣਿਆ ਤੇ ਨੀਚੇ ਵਾਲਾ ਕੀ ਹੈ ਇਹ ਵਾਲਾ ਚੱਕਰ ਬਣਿਆ। ਠੀਕ ਹੈ, ਬੇਸਿਕਲੀ ਜੋ ਸਿਲੰਡਰ ਹੈ ਉਹ ਇਹਨਾਂ ਤੋਂ ਮਿਲ ਕੇ ਬਣ ਰਿਹਾ। ਤੇ ਹੁਣ ਅਸੀਂ ਇਹਦੀ ਵਕਰ ਸਤ੍ਹਾ ਦਾ ਖੇਤਰਫਲ ਪਤਾ ਕਰਨਾ। ਹੁਣ ਤੁਹਾਨੂੰ ਸਭ ਨੂੰ ਪਤਾ ਹੀ ਹੈ ਜੋ ਕਰਵਡ ਸਰਫੇਸ ਏਰੀਆ ਹੁੰਦਾ ਉਹ ਜਦੋਂ ਅਸੀਂ ਫਾਈਂਡ ਆਊਟ ਕਰਦੇ ਹਾਂ ਉਹਦੇ ਵਿੱਚ ਅਸੀਂ ਆਹ ਟੌਪ ਤੇ ਬੋਟਮ ਐਕਸਕਲੂਡ ਕਰਦੇ ਹਾਂ। ਮਤਲਬ ਅਸੀਂ ਆਹ ਚੀਜ਼ ਨਹੀਂ ਲੈਣੀ ਹੁੰਦੀ, ਉੱਪਰ ਵਾਲੀ ਤੇ ਨੀਚੇ ਵਾਲੀ, ਸਿਰਫ ਆਹ ਵਾਲੀ ਜੋ ਸਤ੍ਹਾ ਹੈ ਅਸੀਂ ਉਹਨੂੰ ਹੀ ਕੰਸੀਡਰ ਕਰਨਾ ਹੁੰਦਾ ਤੇ ਇਹਦਾ ਹੀ ਫਾਰਮੂਲਾ ਅਸੀਂ ਦੱਸਣਾ। ਇਹਦਾ ਮਤਲਬ ਅਸੀਂ ਇੱਥੇ ਇਹਦੇ ਨਾਲ ਨਹੀਂ ਡੀਲ ਕਰਾਂਗੇ, ਨਾ ਹੀ ਇਹਦੇ ਨਾਲ ਡੀਲ ਕਰਨਾ। ਸਾਨੂੰ ਇਸ ਚੀਜ਼ ਬਾਰੇ ਪਤਾ ਹੋਣਾ ਚਾਹੀਦਾ। ਹੁਣ ਦੇਖੋ ਆਹ ਜੋ ਆਇਤ ਹੈ, ਠੀਕ ਹੈ, ਆਹ ਦੇਖੋ ਹਾਈਟ ਹੈ ਸਿਲੰਡਰ ਦੀ, ਇਹ ਰਹੀ ਇਹਦੀ ਹਾਈਟ। ਅਸੀਂ ਸਿਰਫ ਇਸ ਚੀਜ਼ ਨੂੰ ਲੈ ਕੇ ਜਾ ਰਹੇ ਹਾਂ। ਹੁਣ ਇਸ ਚੀਜ਼ ਨੂੰ ਦੇਖੋ ਜਦੋਂ ਸਿਲੰਡਰ ਬਣਦਾ, ਜੇ ਇਹਨੂੰ ਸਿੱਧਾ ਫੋਲਡ ਕਰੀਏ ਦੇਖੋ ਤੇ ਇਸ ਤਰ੍ਹਾਂ ਹੀ ਸਿਲੰਡਰ ਬਣਦਾ। ਠੀਕ ਹੈ, ਜਿੱਦਾਂ ਅਸੀਂ ਇਹਦੇ ਵਿੱਚ ਓਪਨ ਕਰਕੇ ਦੱਸਿਆ ਸੀ ਆਇਤ ਬਣੀ ਸੀ, ਇਹਨੂੰ ਜਿੱਦਾਂ ਤੁਸੀਂ ਫੋਲਡ ਕਰਦੇ ਆ ਤੇ ਆਹ ਚੀਜ਼ ਤੁਹਾਡੇ ਕੋਲ ਬਣਦੀ ਹੈ ਸਿਲੰਡਰ ਦੀ। ਇਹਦੀ ਜੋ ਹਾਈਟ ਹੈ ਆਹ ਵਾਲੀ ਰਹੀ ਤੇ ਆਹ ਵਾਲੀ ਚੀਜ਼ ਜਿਹੜੀ ਹੈ ਉੱਪਰ, ਇਹ ਕੀ ਹੈ ਚੱਕਰ ਦਾ ਘੇਰਾ। ਇਹਦਾ ਮਤਲਬ ਕੀ ਹੈ ਪਹਿਲਾਂ ਦੇਖੋ ਧਿਆਨ ਨਾਲ ਸਮਝੋ ਇਸ ਚੀਜ਼ ਨੂੰ। ਇਹ ਸਾਡੇ ਕੋਲ ਰਹੀ ਆਇਤ। ਆਇਤ ਦਾ ਤੁਹਾਨੂੰ ਜੋ ਫਾਰਮੂਲਾ ਹੈ ਉਹ ਸਭ ਨੂੰ ਪਤਾ ਹੈ। ਆਇਤ ਦਾ ਜੋ ਖੇਤਰਫਲ ਹੁੰਦਾ ਉਹਦਾ ਫਾਰਮੂਲਾ ਕਿਹਦੇ ਇਕੁਅਲ ਹੁੰਦਾ ਹੈ, ਲੰਬਾਈ ਗੁਣਾ ਚੌੜਾਈ ਦੇ। ਠੀਕ ਹੈ, ਆਹ ਕੀ ਹੋ ਗਈ ਇਹਦੀ ਲੰਬਾਈ ਇਸ ਸਾਈਡ ਤੇ, ਇਹਨੂੰ ਅਸੀਂ ਐਲ ਲੈ ਕੇ ਚੱਲਦੇ ਹਾਂ ਤੇ ਆਹ ਕੀ ਹੋਈ ਇਹਦੀ ਹਾਈਟ ਹੈ ਜੋ ਇਹਦੀ ਚੌੜਾਈ ਹੈ। ਠੀਕ ਹੈ, ਇੱਥੇ ਅਸੀਂ ਹਾਈਟ ਨੂੰ ਐਚ ਦੇ ਨਾਲ ਡਿਨੋਟ ਕਰਾਂਗੇ। ਹਾਈਟ ਕਿੰਨੀ ਆ ਗਈ ਇਹਦੀ ਐਚ। ਦੇਖੋ ਬੇਟਾ ਇਹਦਾ ਏਰੀਆ ਕੀ ਬਣਨਾ, ਏਰੀਆ ਹੁੰਦਾ ਦੀ ਲੰਬਾਈ ਗੁਣਾ ਚੌੜਾਈ। ਹੁਣ ਜਿਹੜੀ ਆ ਇਹਦੀ ਬਣਦੀ ਪਈ ਹੈ ਲੰਬਾਈ, ਇਹ ਵਾਲੀ ਚੀਜ਼ ਨੂੰ ਧਿਆਨ ਨਾਲ ਦੇਖੋ ਤੇ ਆਹ ਕੀ ਬਣ ਰਿਹਾ, ਉਹ ਇਹ ਵਾਲੀ ਚੀਜ਼ ਬਣਦੀ ਪਈ ਹੈ ਜਿਹੜੀ ਇਹਨਾਂ ਨੇ ਆਹ ਚੀਜ਼ ਇੱਥੇ ਸ਼ੋਅ ਕੀਤੀ ਹੈ ਤੇ ਇਹਨੂੰ ਅਸੀਂ ਕੀ ਬੋਲਦੇ ਚੱਕਰ ਦਾ ਘੇਰਾ। ਤੇ ਤੁਹਾਨੂੰ ਇਹ ਯਾਦ ਹੋਵੇ ਜੋ ਚੱਕਰ ਦਾ ਘੇਰਾ ਹੁੰਦਾ ਹੈ ਉਹਦਾ ਜੋ ਫਾਰਮੂਲਾ ਹੁੰਦਾ ਹੈ ਉਹ ਕੀ ਹੁੰਦਾ ਹੈ 2πr। ਇਹਦਾ ਮਤਲਬ ਕੀ ਹੈ ਆਹ ਵਾਲੀ ਚੀਜ਼ ਨੂੰ ਜੇ ਅਸੀਂ ਖੋਲਦੇ ਹਾਂ ਤੇ ਇਹਦੀ ਆਹ ਲੰਬਾਈ ਬਣਦੀ ਹੈ ਤੇ ਇਹਦੀ ਜੋ ਆਹ ਵਾਲੀ ਲੰਬਾਈ ਆਉਂਦੀ ਪਈ ਆ ਇਹ ਕਿਹਦੇ ਇਕੁਅਲ ਆ ਗਈ ਸਾਡੇ ਕੋਲ 2πr ਦੇ ਇਕੁਅਲ ਬਣ ਗਈ। ਤੇ ਇਹਦੀ ਜੋ ਆ ਚੌੜਾਈ ਹੈ ਉਹ ਬਣਦੀ ਹੈ ਐਚ ਦੇ ਇਕੁਅਲ। ਜਦੋਂ ਅਸੀਂ ਇਹਨਾਂ ਨੂੰ ਮਲਟੀਪਲਾਈ ਕਰ ਦਾਂਗੇ ਇਹ ਸਾਡੇ ਕੋਲ ਕਿੰਨਾ ਬਣ ਜਾਏਗਾ 2πr ਇੰਟੂ ਆਹ ਵਾਲੀ ਚੀਜ਼ ਜਿਹਨੂੰ ਤੁਸੀਂ ਲੰਬਾਈ ਗੁਣਾ ਚੌੜਾਈ ਕਰਕੇ ਫਾਰਮੂਲਾ ਕਰਦੇ ਹੁੰਦੇ ਨਾ ਵਰਗ ਇਹਦਾ ਆਇਤ ਦਾ, ਇਹ ਉਹੀ ਚੀਜ਼ ਬਣਦੀ ਪਈ ਆ। ਹੁਣ ਇਹਨੂੰ ਪੂਰੇ ਨੂੰ ਤੁਸੀਂ ਲਿਖੋਗੇ 2πrh। ਤੋ ਇਸ ਤਰ੍ਹਾਂ ਜੋ ਇਹਦੀ ਵਕਰ ਸਤ੍ਹਾ ਦਾ ਜੋ ਕਰਵਡ ਸਰਫੇਸ ਏਰੀਆ ਉੱਪਰ ਵਾਲੇ ਤੇ ਨੀਚੇ ਵਾਲੇ ਸਰਕਲ ਨੂੰ ਛੱਡ ਕੇ ਇਸ ਚੀਜ਼ ਨੂੰ ਜਦੋਂ ਅਸੀਂ ਲੈਂਦੇ ਹਾਂ ਤੇ ਇਹਦਾ ਫਾਰਮੂਲਾ ਸਾਡੇ ਕੋਲ ਬਣਦਾ 2πrh। ਸੋ ਇਹੀ ਜੋ ਹੈ ਫਾਰਮੂਲਾ ਇਹ ਹੁੰਦਾ ਹੈ ਕਰਵਡ ਸਰਫੇਸ ਏਰੀਆ ਆਫ ਸਿਲੰਡਰ। ਸੋ ਦੇਖੋ ਕਿਹੜੀ ਆਪਸ਼ਨ ਦੇ ਵਿੱਚ ਬਣ ਰਿਹਾ ਇਹ ਬਣ ਰਿਹਾ ਦੇਖੋ ਫਸਟ ਆਪਸ਼ਨ ਦੇ ਵਿੱਚ 2πrh। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਔਰ ਇਸ ਤਰ੍ਹਾਂ ਰੱਟਾ ਲਗਾਉਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ, ਬਿਲਕੁਲ ਕੰਸੈਪਟ ਸਮਝ ਕੇ ਅੰਡਰਸਟੈਂਡਿੰਗ ਦੇ ਨਾਲ ਫਾਰਮੂਲਾ ਤੁਸੀਂ ਜੋ ਹੈ ਉਹ ਲਰਨ ਕਰਨਾ। ਸੋ ਇੱਦਾਂ ਤੁਹਾਨੂੰ ਕਦੀ ਭੁੱਲੇਗਾ ਵੀ ਨਹੀਂ। ਸੋ ਇਹਦਾ ਫਾਰਮੂਲਾ ਕੀ ਬਣ ਗਿਆ 2πrh ਵਕਰ ਸਤ੍ਹਾ ਦਾ ਖੇਤਰਫਲ। ਸੈਕਿੰਡ ਕੁਐਸਚਨ ਹੁਣ ਦੇਖੋ ਕੀ ਹੈ, ਇਹ ਵੀ ਬੜਾ ਇੰਟਰਸਟਿੰਗ ਕੁਐਸਚਨ ਹੈ।
ਜੇ ਕਿਸੇ ਵੇਲਣ ਅਤੇ ਸ਼ੰਕੂ ਦੇ ਅਰਧ ਵਿਆਸ ਅਤੇ ਉਚਾਈਆਂ ਬਰਾਬਰ ਹੋਣ ਤਾਂ ਇਸ ਵੇਲਣ ਦਾ ਆਇਤਨ ਸ਼ੰਕੂ ਦੇ ਆਇਤਨ ਦੇ ਕਿੰਨੇ ਗੁਣਾ ਹੋਵੇਗਾ। ਹੁਣ ਇਹਦੇ ਵਿੱਚ ਦੇਖੋ ਦੋ ਤਰ੍ਹਾਂ ਦੇ ਆਇਤਨ ਦੀ ਗੱਲ ਕੀਤੀ ਆ। ਆਇਤਨ ਕਿਹਦੇ ਗੱਲ ਕੀਤੀ ਆ? ਆਇਤਨ ਮਤਲਬ ਵੋਲੀਅਮ। ਕਿਹਦੇ ਵੋਲੀਅਮ ਦੀ ਗੱਲ ਕੀਤੀ ਆ? ਵੋਲੀਅਮ ਆਫ ਸਿਲੰਡਰ। ਇੱਕ ਸਾਡੇ ਕੋਲ ਕੀ ਹੈ? ਸਿਲੰਡਰ ਆ ਗਿਆ। ਤੇ ਦੂਸਰੇ ਕਿਹਦੀ ਗੱਲ ਕੀਤੀ ਇਹਨਾਂ ਨੇ? ਵੋਲੀਅਮ ਆਫ ਕੋਨ। ਕੋਨ ਦਾ ਮਤਲਬ ਕੀ ਹੁੰਦਾ ਹੈ? ਸ਼ੰਕੂ। ਸ਼ੰਕੂ ਦੀ ਗੱਲ ਕੀਤੀ ਆ ਵੋਲੀਅਮ, ਤੇ ਸਿਲੰਡਰ ਦੀ ਗੱਲ ਕੀਤੀ ਆ। ਇਹਨਾਂ ਦੋਨਾਂ ਦੇ ਵੋਲੀਅਮ ਦੀ ਕਹਿੰਦੇ ਅਸੀਂ ਰਿਲੇਸ਼ਨ ਇਹਨਾਂ ਵਿੱਚ ਦੱਸਣਾ ਵਾ। ਕੰਡੀਸ਼ਨ ਕੀ ਆ ਕਿ ਜੇ ਵੇਲਣ ਅਤੇ ਸ਼ੰਕੂ ਦੇ ਅਰਧ ਵਿਆਸ ਤੇ ਉਚਾਈਆਂ ਜੇ ਬਰਾਬਰ ਹੋਣ ਫਿਰ ਅਸੀਂ ਦੱਸਣਾ ਵਾ ਕਿ ਵੇਲਣ ਦਾ ਆਇਤਨ ਸ਼ੰਕੂ ਦੇ ਆਇਤਨ ਦਾ ਕਿੰਨੇ ਗੁਣਾ ਹੋਵੇਗਾ। ਪਹਿਲਾਂ ਤਾਂ ਦੇਖੋ ਸਾਨੂੰ ਇਹਦੇ ਵਿੱਚ ਪਤਾ ਕੀ ਹੋਣਾ ਚਾਹੀਦਾ? ਵੋਲੀਅਮ ਆਫ ਸਿਲੰਡਰ। ਦੂਸਰੀ ਚੀਜ਼ ਕੀ ਪਤਾ ਹੋਣੀ ਚਾਹੀਦੀ? ਵੋਲੀਅਮ ਆਫ ਕੋਨ। ਜੋ ਵੋਲੀਅਮ ਆਫ ਸਿਲੰਡਰ ਹੁੰਦਾ ਹੈ ਬੇਟਾ ਉਹਦਾ ਫਾਰਮੂਲਾ ਹੁੰਦਾ ਪਾਈ ਆਰ ਸਕੇਅਰ ਐਚ। ਵੋਲੀਅਮ ਆਫ ਸਿਲੰਡਰ ਪਾਈ ਆਰ ਸਕੇਅਰ ਐਚ ਹੁੰਦਾ ਹੈ, ਠੀਕ ਹੈ। ਤੇ ਵੋਲੀਅਮ ਆਫ ਕੋਨ ਹੈ ਜੋ ਉਹ ਹੁੰਦਾ ਹੈ 1/3 ਪਾਈ ਆਰ ਸਕੇਅਰ ਐਚ। ਇਸ ਚੈਪਟਰ ਦੇ ਵਿੱਚ ਫਾਰਮੂਲੇ ਜੋ ਬਹੁਤ ਹੀ ਇੰਪੋਰਟੈਂਟ ਹੈ, ਫਾਰਮੂਲੇ ਤੁਸੀਂ ਸਾਰੇ ਲਰਨ ਕਰਨੇ ਆ ਔਰ ਬਹੁਤ ਅੱਛੇ ਤਰੀਕੇ ਦੇ ਨਾਲ। ਹੁਣ ਦੇਖੋ ਕੀ ਹੈ, ਜੇ ਮੈਂ ਵੋਲੀਅਮ ਆਫ ਕੋਨ ਦੀ ਗੱਲ ਕਰਦੀ ਹਾਂ, ਠੀਕ ਹੈ। ਜੇ ਮੈਂ ਮੰਨ ਲਓ ਲੈ ਲਓ ਵੋਲੀਅਮ ਆਫ ਕੋਨ। ਵੋਲੀਅਮ ਆਫ ਕੋਨ ਜਾਂ ਪੰਜਾਬੀ 'ਚ ਤੁਸੀਂ ਇਹਨੂੰ ਕੀ ਕਹਿ ਸਕਦੇ ਆ? ਕੋਨ ਸ਼ੰਕੂ ਦਾ ਆਇਤਨ। ਇਹ ਕਿਹਦੇ ਬਰਾਬਰ ਹੈ? ਦੇਖੋ 1/3 ਪਾਈ ਆਰ ਸਕੇਅਰ ਐਚ। ਜੇ ਮੈਂ ਇੱਥੇ 1/3 ਨੂੰ ਛੱਡ ਕੇ ਆਹ ਚੀਜ਼ ਦੇਖਾਂ, ਪਾਈ ਆਰ ਸਕੇਅਰ ਐਚ ਕੱਲੀ ਆਹ ਚੀਜ਼ ਦੇਖਾਂ, ਤੇ ਪਾਈ ਆਰ ਸਕੇਅਰ ਐਚ ਦੇਖੋ ਕਿਹਦਾ ਫਾਰਮੂਲਾ ਹੁੰਦਾ ਬੇਟਾ? ਵੋਲੀਅਮ ਆਫ ਸਿਲੰਡਰ, ਵੇਲਣ ਦਾ ਆਇਤਨ। ਇਹਦਾ ਆਇਤਨ ਹੋ ਗਿਆ ਇਹ। ਇਹਦਾ ਮਤਲਬ ਕੀ ਆ ਕਿ ਮੈਂ ਇਹਨੂੰ ਕਿਹਦੇ ਇਕੁਅਲ ਲਿਖ ਸਕਦੀ ਹਾਂ? 1/3 ਹੋ ਗਿਆ ਤੇ ਗੁਣਾ ਪਾਈ ਆਰ ਸਕੇਅਰ ਐਚ ਕੀ ਹੈ? ਵੋਲੀਅਮ ਆਫ ਸਿਲੰਡਰ। ਤੇ ਇਹਨੂੰ ਮੈਂ ਲਿਖ ਸਕਦੀ ਹਾਂ ਵੋਲੀਅਮ ਆਫ ਸਿਲੰਡਰ, ਠੀਕ ਹੈ ਬੇਟਾ। ਪੰਜਾਬੀ ਦੇ ਵਿੱਚ ਤੁਸੀਂ ਇਹਨੂੰ ਦੇਖ ਲਓ ਕੀ ਕਹਿਣਾ? ਸ਼ੰਕੂ ਦਾ ਆਇਤਨ, ਤੇ ਇਹ ਕੀ ਬਣ ਗਿਆ? ਸਿਲੰਡਰ ਦਾ ਆਇਤਨ। ਤੇ ਹੁਣ ਦੇਖੋ ਇਹਦਾ ਮਤਲਬ ਕੀ ਹੋ ਗਿਆ? ਜੋ ਵੋਲੀਅਮ ਆਫ ਕੋਨ ਆ ਉਹ ਕਿਹਦੇ ਬਰਾਬਰ ਹੋ ਗਿਆ? 1/3 ਹੈ। ਕਿਹਦੇ 1/3 ਆ? ਵੋਲੀਅਮ ਆਫ ਸਿਲੰਡਰ ਦੇ। ਹੁਣ ਇਹਨਾਂ ਦੇ ਵਿੱਚ ਰਿਲੇਸ਼ਨ ਆ ਗਿਆ 1/3 ਦਾ। ਜਾਂ ਤੁਸੀਂ ਦੂਸਰੇ ਤਰੀਕੇ ਨਾਲ ਕੀ ਕਹਿ ਲਓ, ਆ 3 ਨੂੰ ਤੁਸੀਂ ਉਸ ਸਾਈਡ 'ਤੇ ਲੈ ਜਾਓ ਤੇ ਇੱਥੇ ਕੀ ਬਣਨਾ? 3 × 3 ਉੱਧਰ ਚਲਾ ਗਿਆ ਨਾ ਵੋਲੀਅਮ ਆਫ ਕੋਨ। ਤੇ ਵੋਲੀਅਮ ਆਫ ਕੋਨ ਨੂੰ ਚਲੋ ਬੇਟਾ ਮੈਂ ਹੁਣ ਇੱਥੇ ਪੰਜਾਬੀ ਵਿੱਚ ਲਿਖ ਦਿੰਦੀ ਹਾਂ। ਵੋਲੀਅਮ ਆਫ ਕੋਨ, ਕੋਨ ਦੇਖੋ ਕਿਹਨੂੰ ਕਹਿੰਦੇ ਆ? ਸ਼ੰਕੂ ਨੂੰ। ਇਹ ਬਣ ਗਿਆ 3 ਗੁਣਾ, ਇਹ ਬਣ ਗਿਆ 3 ਗੁਣਾ ਸ਼ੰਕੂ ਦਾ ਆਇਤਨ। 3 ਗੁਣਾ ਸ਼ੰਕੂ ਦਾ ਆਇਤਨ ਹੈ ਜੋ ਉਹ ਕਿਹਦੇ ਬਰਾਬਰ ਆ ਗਿਆ? ਆਹ 3 ਉੱਧਰ ਜਾ ਚੁੱਕਾ ਸਾਡੇ ਕੋਲ। ਇਸ ਸਾਈਡ 'ਤੇ ਇਕੱਲਾ ਕੀ ਬਚਿਆ? ਵੋਲੀਅਮ ਆਫ ਸਿਲੰਡਰ। ਇਹ ਕੀ ਹੈ? ਸਿਲੰਡਰ ਦਾ ਆਇਤਨ। ਆਹ ਰਿਲੇਸ਼ਨ ਹੁੰਦਾ ਇਹਨਾਂ ਦੇ ਵਿੱਚ ਬੇਟਾ, ਸਿਲੰਡਰ ਦਾ ਆਇਤਨ। ਇਹਦਾ ਮਤਲਬ ਕੀ ਹੋ ਗਿਆ ਕਿ ਸਿਲੰਡਰ ਦਾ ਆਇਤਨ ਦੇਖੋ, ਕੰਡੀਸ਼ਨ ਇੱਕ ਹੈ ਕਿ ਇਹਨਾਂ ਦਾ ਅਰਧ ਵਿਆਸ ਤੇ ਉਚਾਈ ਜੋ ਹੈ ਉਹ ਬਰਾਬਰ ਹੋਣੀ ਚਾਹੀਦੀ ਹੈ। ਜੇ ਬਰਾਬਰ ਹੋਵੇ ਤਾਂ ਦੇਖੋ ਫਿਰ ਸਿਲੰਡਰ ਦਾ ਆਇਤਨ ਕਿਹਦੇ ਬਰਾਬਰ ਹੁੰਦਾ? 3 ਗੁਣਾ ਹੁੰਦਾ ਸ਼ੰਕੂ ਦੇ ਆਇਤਨ ਤੋਂ। ਤੇ ਇਹੀ ਚੀਜ਼ ਇਹਨਾਂ ਨੇ ਪੁੱਛੀ ਆ ਕਿ ਜੇ ਕਿਸੇ ਵੇਲਣ ਅਤੇ ਸ਼ੰਕੂ ਦੇ ਅਰਧ ਵਿਆਸ ਦੀ ਉਚਾਈਆਂ ਬਰਾਬਰ ਹੋਣ ਤਾਂ ਵੇਲਣ ਦਾ ਆਇਤਨ ਹੈ ਜੋ ਉਹ ਕੀ ਹੋ ਜਾਏਗਾ? ਸ਼ੰਕੂ ਦੇ ਆਇਤਨ ਤੋਂ 3 ਗੁਣਾ ਹੋ ਜਾਏਗਾ। ਸੋ ਇਹਦਾ ਆਨਸਰ ਬਣਨਾ ਸੀ। ਇਹਨੂੰ ਮੈਂ ਤੁਹਾਨੂੰ ਹੁਣ ਪ੍ਰੋਪਰ ਦੱਸ ਵੀ ਦਿੰਨੀ ਆ ਇਹਦਾ ਮਤਲਬ ਕੀ ਹੋਇਆ। ਦੇਖੋ ਹੁਣ ਦੇਖੋ ਪਹਿਲੀ ਕੰਡੀਸ਼ਨ ਕੀ ਸੀ ਜੋ ਉਹਨਾਂ ਨੇ ਬੋਲੀ ਹੋਈ ਸੀ ਬੇਟਾ? ਬਿਲਕੁਲ ਧਿਆਨ ਦੇ ਨਾਲ ਦੇਖੋ ਇਹਨੂੰ, ਹੁਣ ਇਸ ਚੀਜ਼ ਨੂੰ ਸਮਝੋ, ਕਦੀ ਵੀ ਨਹੀਂ ਭੁੱਲੇਗੀ ਇਹ ਚੀਜ਼ ਤੁਹਾਨੂੰ। ਇਹਨਾਂ ਨੇ ਕੰਡੀਸ਼ਨ ਦੇਖੋ ਕੀ ਕਹੀ ਹੋਈ ਸੀਗੀ ਕਿ ਵੇਲਣ ਦਾ ਤੇ ਸ਼ੰਕੂ ਦਾ ਜੇ ਅਰਧ ਵਿਆਸ ਤੇ ਉਚਾਈਆਂ ਬਰਾਬਰ ਹੋਣ। ਹਾਂਜੀ ਦੇਖੋ ਬੇਟਾ ਇਹਨਾਂ ਨੇ ਕੀ ਕੀਤਾ ਹੋਇਆ, ਇਹਦੀ ਉਚਾਈ ਦੋਨਾਂ ਦੀ ਦੇਖੋ ਬਿਲਕੁਲ ਬਰਾਬਰ ਹੈ, ਇਕੁਅਲ ਹੈ। ਇਹਨਾਂ ਦੋਨਾਂ ਦੀ ਉਚਾਈ ਦੇਖੋ ਬਰਾਬਰ ਹੈ, ਠੀਕ ਹੈ। ਜਿੰਨੀ ਇਹਦੀ ਹਾਈਟ ਹੈ, ਜਿੰਨੀ ਸ਼ੰਕੂ ਦੀ ਹੈ, ਉਨੀ ਹੀ ਉਹਦੀ ਹੈ ਸਿਲੰਡਰ ਦੀ ਹੈ। ਤੇ ਉੱਪਰੋਂ ਦੀ ਦੇਖੋ ਇਹਨਾਂ ਦੇ ਜੋ ਅਰਧ ਵਿਆਸ ਹੈ, ਆ ਦੇਖੋ ਇਹਨਾਂ ਦਾ ਜੋ ਆ ਪੂਰਾ ਦਾ ਪੂਰਾ ਜੋ ਆਹ ਵਾਲਾ ਤੇ ਆਹ ਵਾਲੀ ਚੀਜ਼, ਇਹ ਦੋਨੋਂ ਬਰਾਬਰ ਹੋਣੀਆਂ ਚਾਹੀਦੀਆਂ। ਜਦੋਂ ਇਹ ਦੋਨੋਂ ਕਹਿੰਦੇ ਬਰਾਬਰ ਹੋ ਜਾਣ ਫਿਰ ਉਸ ਤੋਂ ਬਾਅਦ ਅਸੀਂ ਕੀ ਕਿਹਾ ਸੀਗਾ ਕਿ ਜਿਹੜਾ ਇਹਦਾ ਵੋਲੀਅਮ ਹੈ, ਦੇਖੋ ਪਿੱਛੇ ਮੈਂ ਕੀਤਾ ਹੋਇਆ ਹੁਣੀ, ਕਿ ਜੋ ਸਿਲੰਡਰ ਦਾ ਆਇਤਨ ਹੈ ਉਹ 3 ਗੁਣਾ ਹੋ ਜਾਏਗਾ ਸ਼ੰਕੂ ਦੇ ਆਇਤਨ ਤੋਂ। ਇਹਦਾ ਮਤਲਬ ਕੀ ਹੋ ਗਿਆ ਕਿ ਦੇਖੋ ਜੇ ਇਹਦੇ ਵਿੱਚੋਂ ਅਸੀਂ 3 ਵਾਰ, ਮਤਲਬ ਕਿ ਆਇਤਨ ਤੁਹਾਨੂੰ ਪਤਾ ਵਾ ਕਿ ਕਿਸੇ ਚੀਜ਼ ਦੀ ਧਾਰਨ ਸਮਰੱਥਾ ਹੁੰਦੀ ਹੈ ਕਿ ਕਿੰਨੀ ਕੁਆਂਟਿਟੀ ਅਸੀਂ ਉਹਦੇ ਵਿੱਚ ਪਾਈ ਹੋਈ ਹੈ। ਜਿੱਦਾਂ ਸ਼ੰਕੂ ਹੈ, ਸ਼ੰਕੂ ਦੇ ਵਿੱਚ ਆਪਾਂ ਮੰਨ ਲਓ ਪਾਣੀ ਪਾਇਆ ਪੂਰਾ ਭਰ ਕੇ, ਉਹਨੂੰ ਪਾਣੀ ਜਦੋਂ ਪਾਵਾਂਗੇ ਅਸੀਂ ਓਨਾ ਭਰ ਕੇ ਸਿਲੰਡਰ ਦੇ ਵਿੱਚ ਪਹਿਲੀ ਵਾਰੀ ਪਾ ਦੇਵਾਂਗੇ, ਠੀਕ ਹੈ। ਫਿਰ ਦੂਸਰੀ ਵਾਰੀ ਇਹਨੂੰ ਫਿਰ ਤੋਂ ਭਰਾਂਗੇ, ਫਿਰ ਇਹਦੇ ਵਿੱਚ ਸਿਲੰਡਰ ਦੇ ਵਿੱਚ ਇਹਨੂੰ ਪਾਵਾਂਗੇ 2 ਵਾਰ।
तीसरी वारी फिर असीं शंकु दे विच पानी पावांगे, सिलेंडर दे विच पानी पावांगे। पानी पा के जदों असीं फिर इहनूं सिलेंडर दे विच पावांगे, तीसरी वार दे विच ये पूरा भरेगा, बिल्कुल एग्जैक्ट पूरा भरेगा। तो इहदा मतलब ये होया कि इहदा जिहड़ा आयतन है, इहदा सिलेंडर दा आयतन वो 3 गुणा आ शंकु दे आयतन तो। ठीक है, हुण गल क्लीयर हुई। इस तरह इहदा रिलेशन जिहड़ा है वो रिलेशन डिवेलप होया। नैक्सट क्वेश्चन देखो की है, जेकर किसी ठोस आकृति नूं पिघला के एक होर ठोस आकृति बनाई जाती है तो इस दे दोवां दा हेठ लिखियां विचों किहड़ा मान बराबर होवेगा। देखो बेटा, जदों कोई सॉलिड चीज़ नूं मैल्ट करके कोई होर शेप दे विच उहनूं बना दिता जाता तो उहदा जो आयतन है, वॉल्यूम है, जो वो चेंज नहीं हुंदा, वो जिहड़ा है वॉल्यूम वो सेम रहिंदा है। ठीक है, सो इहदा जो आंसर आना सी वो आना सी ए ऑप्शन आनी सी इहदा आंसर। नैक्सट देखो की है, ट्रू फॉल्स, सही या गलत दसना है। अर्ध गोले की उचाई उसका अर्ध व्यास होंदी है। ये जो रिलेशन है, जो स्टेटमेंट है, सही है। अगला की है, वेलन की कुल सतह का खेत्रफल का सूत्र कितना हुंदा, पाई आर इंटू आर प्लस एच। नहीं, इहदा जो फॉर्मूला हुंदा है वो इत्थे 2 लगदा हुंदा है। जे अगे 2 लग्या हुंदा फिर सही होना सी, 2 पाई आर इंटू आर प्लस एच। से 2 नहीं लगा सी, इहदा मतलब ये गलत है। तो शंकु का अर्ध व्यास है जो वो 3 सेंटीमीटर है। शंकु है, देखो बेटा आ शंकु तुहानूं पता वा कि जिहड़ा इहदा आ नीचे वाला बेस हुंदा ये सर्कुलर हुंदा। ठीक है, जिथे सर्कल की गल आ गई है उत्थे उहदा अर्ध व्यास भी होएगा। ਉਹੀ ਇਹਨਾਂ ਨੇ ਦਿੱਤਾ ਹੋਇਆ। ਸ਼ੰਕੂ ਦਾ ਜੋ ਆਧਾਰ ਦਾ ਅਰਧ ਵਿਆਸ ਹੈ ਉਹ ਆ ਕਿੰਨਾ ਦਿੱਤਾ ਹੋਇਆ ਇਹਨਾਂ ਨੇ 3 ਸੈਂਟੀਮੀਟਰ, 3 ਸੈਂਟੀਮੀਟਰ ਗਿਵਨ ਹੈ। ਤਿਰਛੀ ਉਚਾਈ ਕਿੰਨੀ ਆ 5 ਸੈਂਟੀਮੀਟਰ, ਆ ਹੈਗੀ ਦੀ ਤਿਰਛੀ ਉਚਾਈ। ਆਹ ਵਾਲੀ ਚੀਜ਼ ਕਿੰਨੀ ਦਿੱਤੀ ਹੋਈ ਇਹਨਾਂ ਨੇ 5 ਸੈਂਟੀਮੀਟਰ। ਤੇ ਉਹਨਾਂ ਨੇ ਕੀ ਪੁੱਛਿਆ ਹੋਇਆ ਦੀ ਹਾਈਟ ਫਾਈਂਡ ਆਊਟ ਕਰਨੀ ਹੈ, ਆਹ ਵਾਲੀ ਚੀਜ਼ ਕੱਢਣੀ ਅਸੀਂ। ਠੀਕ ਹੈ, ਤੇ ਤੁਹਾਨੂੰ ਪਤਾ ਬੇਟਾ ਜਿਹੜੀ ਆਹ ਵਾਲੀ ਚੀਜ਼ ਹੁੰਦੀ ਹੈ ਇਹ 90 ਡਿਗਰੀ ਦਾ ਕੋਣ ਹੁੰਦਾ ਇਹਦੇ ਵਿੱਚ, ਤੇ ਇਹ ਸਾਡੇ ਕੋਲ ਕੀ ਬਣਦੀ ਹੁੰਦੀ, ਇੱਕ ਰਾਈਟ ਐਂਗਲ ਟਰਾਇੰਗਲ ਬਣ ਗਈ। ਰਾਈਟ ਐਂਗਲ ਟਰਾਇੰਗਲ ਬਣ ਗਈ। ਵੈਸੇ ਤਾਂ ਮੈਂ ਤੁਹਾਨੂੰ ਸ਼ਾਰਟਕਟ ਮੈਥਡ ਦੱਸਿਆ ਹੋਇਆ ਇਹਦਾ, ਜਦੋਂ ਵੀ ਰਾਈਟ ਐਂਗਲ ਟਰਾਇੰਗਲ ਬਣਦੀ ਹੈ ਉਦੋਂ ਤੁਹਾਨੂੰ 3 ਸਾਈਡਸ ਦਾ ਪਤਾ ਹੋਣਾ ਚਾਹੀਦਾ। 2 ਸਾਈਡਸ ਦੇਖੋ ਪਤਾ, ਤੀਸਰੀ ਦੇਖੋ ਪਾਈਥਾਗੋਰੀਅਨ ਟ੍ਰਿਪਲੇਟ ਯਾਦ ਕਰੋ, ਮੈਂ ਲਾਸਟ ਵੀਡੀਓ 'ਚ ਦੱਸਿਆ ਹੋਇਆ ਤੁਹਾਨੂੰ। ਜੇ ਇੱਕ 3 ਹੋਵੇ, ਇੱਕ 5 ਹੋਵੇ, ਤੇ ਤੀਸਰਾ ਜੋ ਹੈ ਉਹ ਕਿੰਨਾ ਹੁੰਦਾ 4। ਸੋ ਇਹਦਾ ਜੋ ਆਨਸਰ ਆਉਣਾ ਸੀ ਉਹ 4 ਸੈਂਟੀਮੀਟਰ ਆਉਣਾ ਸੀ। ਠੀਕ ਹੈ, ਬਾਕੀ ਦੇਖੋ ਮੈਂ ਡਿਟੇਲ ਦੇ ਵਿੱਚ ਵੀ ਦੱਸ ਦਿੰਦੀ ਹਾਂ ਤੁਹਾਨੂੰ। ਔਰ ਟਰਾਈ ਕਰਿਆ ਕਰੋ ਬੇਟਾ, ਜੇ ਤੁਹਾਡੇ MCQ ਦੇ ਮਲਟੀਪਲ ਚੋਇਸ ਕੁਐਸਚਨ ਇਹਨਾਂ ਨੂੰ ਸ਼ਾਰਟਕਟ ਮੈਥਡ ਦੇ ਨਾਲ, ਸ਼ਾਰਟ ਟ੍ਰਿਕਸ ਦੇ ਨਾਲ ਹੀ ਕਰਿਆ ਕਰੋ। ਟਾਈਮ ਸੇਵਿੰਗ ਹੈ ਇਹ, ਬਟ ਮੈਂ ਤੁਹਾਨੂੰ ਫਿਰ ਵੀ ਦੱਸ ਦਿੰਦੀ ਹਾਂ ਕਿ ਇਹਨੂੰ ਅਸੀਂ ਕਿੱਦਾਂ ਕਰਨਾ। ਇਹਦੇ ਵਿੱਚ ਦੇਖੋ ਕੀ ਰਿਲੇਸ਼ਨ ਹੁੰਦਾ ਬੇਟਾ, ਜੋ L ਸਕੁਅਰ ਹੈ ਉਹ ਕਿਹਦੇ ਇਕੁਅਲ ਹੁੰਦਾ ਹੈ, H ਸਕੁਅਰ ਪਲਸ R ਸਕੁਅਰ ਦੇ। ਆ ਜੋ ਹੈ ਰੇਡੀਅਸ ਇਹ ਹੁੰਦਾ R ਕਿੰਨਾ ਇਹਦੇ ਵਿੱਚ 3 ਸੈਂਟੀਮੀਟਰ ਹੈ। जो L है, आ जो तिरछी उचाई है ਅਸੀਂ बोलते हैं L, तो आह वाली चीज़ होंगी साढ़े कोल H, जो असी फाइंड आउट करनी सी। L की वैल्यू देखो पुट की 5 सेंटीमीटर है, इसका स्क्वेयर कर दिता, ये किहदे इक्वल होगी H स्क्वेयर। H असी फाइंड आउट करना है, तो R कितना दिता हुआ साढ़े कोल 3 सेंटीमीटर स्क्वेयर। तो देखो किद्दां बनना सी, ये बन गया सी 25, आ बनना सी 3 की पावर 2। ठीक है, 3 की पावर 2 कितना होंदा 9, क्योंकि 3 नूं 2 बारी गुणा करना, 3 तीन किन्ने होंदे 9, आ 9 इधर प्लस दे इधर आके की होने माइनस दे, तो आ के इक्वल बन गया सी H स्क्वेयर दे। हुण 25 माइनस 9 किया तो यदी वैल्यू कितनी आ गई 16। H स्क्वेयर 16 है, तो कल्ला H कितना हुंदा साडे कोल √16 दे। ठीक है, सेंटीमीटर इहदे नाल लगा लेना, मैं किते लगाया नहीं होया। तो √ जो 16 है वो कितना हुंदा साडे कोल 4 सेंटीमीटर। ठीक है, तो इसदा आंसर कितना बनना सी 4 सेंटीमीटर। ये दी राइट ऑप्शन। घनाभ दे आयतन का सूत्र, घनाभ असीं किहनूं बोलते हैं, क्यूबॉइड नूं। इहदा जो वॉल्यूम है, घनाभ का आयतन है जो वो किहदे इक्वल हुंदा L इंटू B इंटू H, लंबाई गुणा चौड़ाई गुणा उचाई। नैक्सट क्वेश्चन की है, अर्ध गोले की कुल सतह का खेत्रफल का सूत्र। अर्ध गोले का जो कुल सतह का खेत्रफल हुंदा है वो हुंदा 3 पाई R स्क्वेयर। ठीक है, तो बेसिकली देखो बेटा किन्ने फॉर्मूले, सारे फॉर्मूले ही ये पूछे हुए आ। सो इस चैप्टर के जो जिन्ने भी फॉर्मूले आते तुसीं वो सारे लर्न करने आ, और अंडरस्टैंडिंग के नाल, रट्टा लगा के नहीं। पार्ट बी देखो, पार्ट बी का 4th क्वेश्चन है, 7 मीटर व्यास वाला खूह 20 मीटर डूंगा पुट्टिया जाता है। स्टेटमेंट नूं बहुत चंगी तरह समझो। हुण खूह की गल करदे आ, पहलां तां पहचानो खूह। जदों असीं गल करदे खूह की, तां खूह
ਪੁੱਟਣ ਦੇ ਲਈ ਉਹਦੀ ਸ਼ੇਪ ਦੇਖੋ ਕਿਹੜੀ ਹੁੰਦੀ ਬੇਟਾ, ਤੁਹਾਨੂੰ ਤੁਸੀਂ ਸਾਰਿਆਂ ਨੇ ਖੂਹ ਦੇਖਿਆ ਹੋਇਆ, ਇਹਦੀ ਸ਼ੇਪ ਹੁੰਦੀ ਹੈ ਸਿਲੰਡਰੀਕਲ। ਠੀਕ ਹੈ, ਸਿਲੰਡਰ ਕੀ ਹੁੰਦਾ, ਵੇਲਣ। ਇਹਦੀ ਸ਼ੇਪ ਹੁੰਦੀ ਆ ਵੇਲਣ ਵਾਲੀ, ਇਹਦਾ ਮਤਲਬ ਵੇਲਣ ਦੀ ਗੱਲ ਹੋ ਰਹੀ ਇੱਥੇ। 7 ਸੈਂਟੀਮੀਟਰ ਜੇ ਉਹਦੇ ਵਿਆਸ ਦੀ ਗੱਲ ਕੀਤੀ ਪਈ ਆ, ਤੇ ਤੁਹਾਨੂੰ ਦੇਖੋ ਪਤਾ ਆ ਕਿ ਜਿਹੜਾ ਵਿਆਸ ਹੁੰਦਾ ਆ, ਜੇ ਅਸੀਂ ਉਹਦਾ ਅੱਧ ਕਰ ਦਈਏ ਤੇ ਉਹ ਕੀ ਬਣ ਜਾਂਦਾ ਹੁੰਦਾ, ਅਰਧ ਵਿਆਸ। 7 ਮੀਟਰ ਵਿਆਸ ਦੀ ਗੱਲ ਕੀਤੀ ਆ, ਇਹ ਸਾਡੇ ਕੋਲ ਕੀ ਹੈਗਾ, ਡੀ। ਠੀਕ ਹੈ, ਆਹ ਚੀਜ਼ ਸਾਡੇ ਕੋਲ ਡੀ ਹੁੰਦੀ ਹੈ। ਜੇ ਅਸੀਂ ਇਹਦਾ ਰੇਡੀਅਸ, ਮੈਂ ਕੈਪੀਟਲ ਆਰ ਲੈਣ ਲੱਗੀ ਕਿਉਂਕਿ ਇਹਦੇ ਵਿੱਚ ਦੋ ਜਿਹੜੇ ਸਾਡੇ ਕੋਲ ਆ, 2 ਫਿਗਰਸ ਦੀ ਗੱਲ ਹੋਣੀ, ਮੈਂ ਕੈਪੀਟਲ ਆਰ ਲੈ ਰਹੀ ਹਾਂ। ਜੇ ਅਸੀਂ ਇਹਦਾ ਅੱਧ ਕਰ ਦਾਂਗੇ ਤਾਂ ਉਹ ਰੇਡੀਅਸ ਬਣੇਗਾ। ਠੀਕ ਹੈ, ਕਿਹਦਾ ਰੇਡੀਅਸ ਬਣੇਗਾ, ਇਸ ਵਾਲੇ ਵੇਲਣ ਦਾ। ਹੁਣ ਇਹਦਾ ਕਿੰਨਾ ਰੇਡੀਅਸ ਆ ਗਿਆ, 7/2 ਨਾਲ ਕੀ ਹੈ ਇਹਦਾ ਮੀਟਰ। ਫਿਰ ਕੀ ਕਿਹਾ ਇਹਨਾਂ ਨੇ, 7 ਮੀਟਰ ਵਿਆਸ ਵਾਲਾ ਖੂਹ 20 ਮੀਟਰ ਡੂੰਘਾ ਪੁੱਟਿਆ ਜਾਂਦਾ ਹੈ। ਹੁਣ ਜਿਹੜੀ ਖੂਹ ਦੀ ਡੂੰਘਾਈ ਆ ਉਹਨੂੰ ਅਸੀਂ ਕੀ ਲਵਾਂਗੇ, ਐਚ, ਹਾਈਟ ਬਣ ਜਾਏਗੀ ਉਹ ਖੂਹ ਦੀ। ਠੀਕ ਹੈ, ਇਹਦਾ ਮਤਲਬ ਆਹ ਵਾਲੀ ਚੀਜ਼ ਜਿਹੜੀ ਦਿੱਤੀ ਹੋਈ ਉਹ ਐਚ ਹੈ, ਇਹ ਬਣ ਗਈ ਐਚ ਸਾਡੇ ਕੋਲ। ਐਚ ਕਿੰਨਾ ਆ ਗਿਆ, 20 ਮੀਟਰ। ਹੁਣ ਉਸ ਤੋਂ ਬਾਅਦ ਉਹਨਾਂ ਨੇ ਕੀ ਕਿਹਾ ਹੋਇਆ, ਖੂਹ ਉਹਨਾਂ ਨੇ ਪੁੱਟਿਆ। ਤੁਹਾਨੂੰ ਪਤਾ ਜਦੋਂ ਖੂਹ ਪੁੱਟਦੇ ਉਹਦੇ ਵਿੱਚੋਂ ਮਿੱਟੀ ਨਿਕਲਦੀ ਆ। ਹੁਣ ਜਿਹੜੀ ਉਹ ਵਾਲੀ ਮਿੱਟੀ ਨਿਕਲੀ ਆ, ਉਹ ਕਹਿੰਦੇ ਜਿਹੜੀ ਪੁੱਟੀ ਹੋਈ ਮਿੱਟੀ ਆ ਉਹਦੇ ਨਾਲ ਕੀ ਕੀਤਾ, ਪੁੱਟਣ ਨਾਲ ਨਿਕਲੀ ਮਿੱਟੀ ਨੂੰ ਇੱਕੋ ਜਿਹੇ ਰੂਪ ਵਿੱਚ ਫੈਲਾ ਕੇ, ਇੱਕੋ ਜਿਹੇ ਰੂਪ ਵਿੱਚ ਇਹਨੂੰ ਫੈਲਾ ਕੇ ਦੇਖੋ ਇੱਕ ਚਬੂਤਰਾ ਬਣਾਇਆ ਗਿਆ। ਚਬੂਤਰੇ ਦੀ ਦੇਖੋ ਲੰਬਾਈ ਅਤੇ ਚੌੜਾਈ ਦਿੱਤੀ ਗਈ ਆ, ਅਤੇ ਉਹਦਾ ਕੀ ਪਤਾ ਕਰਨ ਨੂੰ ਕਿਹਾ, ਚਬੂਤਰੇ ਦੀ ਉਚਾਈ, ਉਹਦੀ ਹਾਈਟ ਪਤਾ ਕਰਨ ਨੂੰ ਕਿਹਾ ਹੋਇਆ। ਠੀਕ ਹੈ, ਇੱਥੇ ਇੱਕ ਮੇਨ ਬੇਸਿਕ ਕੰਸੈਪਟ ਲੱਗਣਾ ਜਿਹੜਾ ਪਿੱਛੇ ਅਸੀਂ ਕੁਐਸਚਨ ਕਰ ਚੁੱਕੇ ਹਾਂ। ਉਹ ਕੁਐਸਚਨ ਕੀ ਸੀ ਕਿ ਠੋਸ ਆਕ੍ਰਿਤੀ ਦੀ ਗੱਲ ਜਦੋਂ ਕੀਤੀ ਸੀਗੀ ਕਿ ਜਦੋਂ ਅਸੀਂ ਪਿਘਲਾ ਕੇ ਜਾਂ ਕੋਈ ਹੋਰ ਬਣਾਉਂਦੇ ਹਾਂ ਤਾਂ ਵੋਲੀਅਮ ਜਿਹੜਾ ਵਾ ਉਹ ਸੇਮ ਰਹਿੰਦਾ। ਇਹਦੇ ਵਿੱਚ ਵੀ ਗੱਲ ਇਹੀ ਕੀਤੀ ਆ ਕਿ ਜਿਹੜੀ ਵੀ ਅਸੀਂ ਇਹਦੇ 'ਚ ਖੂਹ ਪੁੱਟਿਆ ਹੋਇਆ, ਖੂਹ ਦੀ ਜਿਹੜੀ ਮਿੱਟੀ ਨਿਕਲੀ ਹੋਈ ਆ ਅਤੇ ਉਹਦਾ ਵੋਲੀਅਮ ਅਤੇ ਜਿਹੜਾ ਚਬੂਤਰਾ ਜਿਹੜਾ ਬਣਾਉਣ ਲੱਗੇ ਉਹਦਾ ਵੋਲੀਅਮ ਜਿਹੜਾ ਉਹ ਸੇਮ ਹੋਏਗਾ। ਠੀਕ ਹੈ, ਹੁਣ ਆਪਾਂ ਇਸ ਕੰਸੈਪਟ ਨੂੰ ਲਗਾਉਣ ਲੱਗੇ ਹਾਂ। ਵੋਲੀਅਮ ਦਾ ਮਤਲਬ ਕੀ ਹੁੰਦਾ, ਆਇਤਨ। ਇਹ ਬਣਿਆ ਸਾਡੇ ਕੋਲ, ਮਿੱਟੀ ਕੱਢਤੀ ਹੈ ਜਿਹੜੀ, ਜੋ ਦਿੱਤਾ ਹੋਇਆ ਪਹਿਲਾਂ ਤਾਂ ਉਹ ਲਿਖ ਲਓ। ਪਹਿਲਾਂ ਤਾਂ ਖੂਹ ਦਾ ਜੋ ਵਿਆਸ ਦਿੱਤਾ ਹੋਇਆ ਸੀ, ਮੈਂ ਪ੍ਰੋਪਰ ਬੇਟਾ ਇਹਨੂੰ ਲਿਖਣ ਲੱਗੀ ਹਾਂ। ਖੂਹ ਦਾ ਜੋ ਵਿਆਸ ਹੈ, ਵਿਆਸ ਗਿਵਨ ਹੈ ਨਾ, ਖੂਹ ਦਾ ਵਿਆਸ ਕਿੰਨਾ ਦਿੱਤਾ ਹੋਇਆ ਸੀ ਸਾਡੇ ਕੋਲ, 7 ਮੀਟਰ ਦਿੱਤਾ ਹੋਇਆ ਸੀਗਾ। ਅਤੇ ਜੇ ਅਸੀਂ ਇਹਦੇ ਅਰਧ ਵਿਆਸ ਦੀ ਗੱਲ ਕਰਨੀ ਹੈ, ਖੂਹ ਦਾ ਜੋ ਅਰਧ ਵਿਆਸ ਹੈ ਉਹ ਸਾਡੇ ਕੋਲ ਕਿੰਨਾ ਬਣੇਗਾ, ਕੈਪੀਟਲ ਆਰ ਅਸੀਂ ਤਾਂ ਨਾਮ ਰੱਖ ਦਿੱਤਾ। ਕੈਪੀਟਲ ਆਰ ਜੋ ਹੈ ਉਹ ਕਿਹਦੇ ਇਕੁਅਲ ਬਣਦਾ ਪਿਆ, ਇਹਦਾ ਹਾਫ ਕਰ ਦਿਓ, ਅੱਧ ਹੁੰਦਾ, ਕਿਉਂਕਿ ਇਹ ਬਣ ਗਿਆ 7/2 ਮੀਟਰ। ਆਹ ਚੀਜ਼ ਬਣ ਗਈ। ਉਸ ਤੋਂ ਬਾਅਦ ਕੀ ਕਿਹਾ ਸੀ ਇਹਨਾਂ ਨੇ, ਖੂਹ ਦੀ ਡੂੰਘਾਈ ਕੀ ਹੋਈ ਆ, ਖੂਹ ਦੀ ਜੋ ਡੂੰਘਾਈ ਹੁੰਦੀ ਉਹ ਸਿਲੰਡਰ ਦੀ ਉਚਾਈ ਬਣਦੀ ਹੁੰਦੀ ਆ। ਇਹਦਾ ਮਤਲਬ ਐਚ ਵੀ ਗਿਵਨ ਹੈ ਸਾਡੇ ਕੋਲ, ਜੋ ਐਚ ਹੈ ਉਹ ਕਿੰਨਾ ਆ ਗਿਆ, 20 ਮੀਟਰ। ਠੀਕ ਹੈ, ਤੁਸੀਂ ਪ੍ਰੋਪਰ ਲਿਖਣਾ ਇਹਨੂੰ। ਖੂਹ ਦੀ ਡੂੰਘਾਈ ਐਚ ਕਿੰਨੀ ਆ, 20 ਮੀਟਰ। ਉਸ ਤੋਂ ਬਾਅਦ ਇਹਨਾਂ ਨੇ ਕਿਹਦੀ ਗੱਲ ਕੀਤੀ ਸੀ, ਚਬੂਤਰੇ ਦੀ। ਚਬੂਤਰੇ ਦੀਆਂ 2 ਚੀਜ਼ਾਂ ਦਿੱਤੀਆਂ ਹੋਈਆਂ, 22 ਅਤੇ 14। 22 ਅਤੇ 14 ਕੀ, ਇੱਕ ਲੰਬਾਈ ਹੈ, ਇੱਕ ਕੀ ਹੈਗੀ ਇਹਦੀ ਚੌੜਾਈ। ਹੁਣ ਗੱਲ ਕਰੀਏ ਅਸੀਂ ਚਬੂਤਰੇ ਦੀ। ਹੁਣ ਇਹਨਾਂ ਦੋਨਾਂ ਦੇ ਜੋ ਵੋਲੀਅਮ ਹੈ ਉਹ ਬਰਾਬਰ ਹੋਣਗੇ। ਹੁਣ ਅਸੀਂ ਕੀ ਲਿਖਣਾ ਕਿ ਉਹ ਕਿਹਦੇ ਬਰਾਬਰ ਬਣੇਗਾ, ਖੂਹ ਪੁੱਟਣ ਨਾਲ ਜੋ ਨਿਕਲੀ ਮਿੱਟੀ ਹੈ ਉਸ ਦੇ ਆਇਤਨ ਦੇ। ਠੀਕ ਹੈ, ਖੂਹ ਪੁੱਟਣ ਦੇ ਨਾਲ ਨਿਕਲੀ ਮਿੱਟੀ ਹੈ ਜੋ ਨਿਕਲੀ ਮਿੱਟੀ ਦਾ ਜੋ ਆਇਤਨ ਹੈ ਉਸ ਦੇ ਬਰਾਬਰ ਹੈ। ਸੋ ਦੇਖ ਲਓ ਕੀ ਹੈ, ਚਬੂਤਰੇ ਦਾ ਆਇਤਨ ਦੇਖੋ ਕੀ ਹੁੰਦਾ, ਲੰਬਾਈ ਗੁਣਾ ਚੌੜਾਈ ਗੁਣਾ ਉਚਾਈ, L/B/H। ਸ਼ਾਰਟ ਫਾਰਮ 'ਚ ਮੈਂ ਲਿਖ ਰਹੀ ਹਾਂ। ਇਹ ਕਿਹਦੇ ਇਕੁਅਲ ਬਣੇਗਾ ਸਾਡੇ ਕੋਲ, πr²/H, ਜੋ ਕਿ ਕਿਹਦਾ ਆਇਤਨ ਬਣ ਗਿਆ ਸਾਡੇ ਕੋਲ, ਵੇਲਣ ਦਾ। ਹੁਣ ਲੰਬਾਈ ਵੀ ਦੇਖੋ ਗਿਵਨ ਹੈ, ਵੈਲਿਊਜ਼ ਪੁੱਟ ਕਰੋ ਬੇਟਾ। ਇਹਦੀ ਵੈਲਿਊ ਕਿੰਨੀ ਹੈ, 24 ਹੈ। ਚੌੜਾਈ ਕਿੰਨੀ ਹੈ, 14। we have to find the value of h here, means ਉਚਾਈ ਇਹਦੀ। ਇਹ ਦੇਖੋ ਪਾਈ ਦੀ ਵੈਲਿਊ ਕਿੰਨੀ ਹੁੰਦੀ ਹੈ, 22/7 ਹੁੰਦੀ ਹੈ। ਆਰ ਕਿੰਨਾ ਦੇਖੋ ਦਿੱਤਾ ਹੋਇਆ, 7/2। ਇਹਦਾ ਸਕੁਏਅਰ ਕਰਨਾ, ਸਕੁਏਅਰ ਕਰਕੇ ਮੈਂ ਸਿੱਧੀ ਵੈਲਿਊ ਲਿਖਣ ਲੱਗੀ ਹਾਂ। ਇਹਦਾ ਮਤਲਬ 2 ਵਾਰੀ 7/2 ਨੂੰ ਗੁਣਾ ਕਰਨਾ ਸੀ, ਇਨਟੂ ਹਾਈਟ ਐਚ ਕਿੰਨੀ ਦਿੱਤੀ ਹੋਈ ਸੀ, ਇਹਦਾ 20 ਦਿੱਤੀ ਹੋਈ ਹੈ। ਜਦੋਂ ਤੁਸੀਂ ਬੇਟਾ ਇਹਨੂੰ ਸੋਲਵ ਕਰੋਗੇ ਸਾਰੀਆਂ ਵੈਲਿਊਜ਼ ਨੂੰ, ਉਚਾਈ ਕੱਢਣ ਦੇ ਲਈ ਤੁਸੀਂ ਕੀ ਕਰਨਾ, 22/7 ਦੇਖੋ ਇੱਧਰ ਆਲਰੇਡੀ ਪਿਆ ਹੋਇਆ, 7/2, 7/2 ਵੀ ਪਿਆ ਹੋਇਆ ਇੱਧਰ, 20 ਵੀ ਇਸ ਤਰ੍ਹਾਂ ਹੈ। ਇੱਧਰ ਜਾ ਕੇ ਨੀਚੇ ਕੀ ਬਣ ਜਾਣਾ ਸੀ, ਉਹ 24 ਅਤੇ 14 ਨੇ। ਠੀਕ ਹੈ, ਆਹ ਦੋਨੋਂ ਇੱਧਰ ਆ ਜਾਣਗੇ। ਇਹ ਸੋਲਵ ਕਰਨ ਤੋਂ ਬਾਅਦ ਤੁਹਾਡੇ ਕੋਲ ਜੋ ਇਹਦਾ ਆਨਸਰ ਹੈ ਉਹ ਬਣੇਗਾ 2.5 ਮੀਟਰ।
ਸੋ ਇਸ ਤਰ੍ਹਾਂ ਤੁਸੀਂ ਇਹਦੀ ਉਚਾਈ ਜੋ ਹੈ ਉਹ ਫਾਈਂਡ ਆਊਟ ਕਰ ਸਕਦੇ ਹਾਂ। ਕੀ ਹੈ, ਇੱਕ ਖਿਡੌਣਾ ਅਰਧ ਵਿਆਸ ਕਿੰਨਾ ਉਹਦਾ 3.5 ਸੈਂਟੀਮੀਟਰ। ਅਸੀਂ ਆ ਮੰਨ ਕੇ ਚੱਲਦੇ ਹਾਂ ਕਿ ਇਹ ਖਿਡੌਣਾ ਇਹਦਾ ਜੋ ਅਰਧ ਵਿਆਸ ਹੈ ਉਹ ਕਿੰਨਾ ਦਿੱਤਾ ਹੋਇਆ, ਆਹ ਵਾਲੀ ਚੀਜ਼ ਹੈ ਜੋ ਇਹ ਕਿੰਨੀ ਗਿਵਨ ਹੈ ਸਾਡੇ ਕੋਲ, ਅਰਧ ਵਿਆਸ ਇਹਦਾ ਕੈਪੀਟਲ ਆਰ ਅਸੀਂ ਮੰਨ ਕੇ ਚੱਲਦੇ ਹਾਂ। ਇਹ ਕਿੰਨਾ ਦਿੱਤਾ ਹੋਇਆ 3.5 ਸੈਂਟੀਮੀਟਰ। ਉਸ ਤੋਂ ਬਾਅਦ ਕੀ ਕਹਿ ਰਿਹਾ, ਇੱਕ ਖਿਡੌਣਾ ਅਰਧ ਵਿਆਸ ਇਹਦਾ 3.5 ਸੈਂਟੀਮੀਟਰ ਅਸੀਂ ਲੈ ਲਿਆ, ਵਾਲੇ ਇੱਕ ਸ਼ੰਕੂਕਾਰ ਦਾ ਹੈ। ਠੀਕ ਹੈ, ਸ਼ੰਕੂਕਾਰ ਦਾ ਹੈ, ਇਸੇ ਕਰਕੇ ਇਹਦਾ ਜੋ ਆਧਾਰ ਹੈ, ਜੋ ਉਹਦਾ ਇਹਦਾ ਬੇਸ ਹੈ, ਜੋ ਉਹ ਕੀ ਹੈ ਸਰਕਲ ਹੈ, ਅਤੇ ਉਹਦਾ ਜੋ ਅਰਧ ਵਿਆਸ ਉਹ 3.5 ਸੈਂਟੀਮੀਟਰ ਅਸੀਂ ਲੈ ਲਿਆ, ਜੋ ਉਸੇ ਅਰਧ ਵਿਆਸ ਵਾਲੇ ਇੱਕ ਅਰਧ ਗੋਲੇ ਉੱਪਰ ਟਿਕਿਆ ਹੈ। ਠੀਕ ਹੈ, ਜਿੰਨਾ ਇਹਦਾ ਅਰਧ ਵਿਆਸ ਆ ਓਨਾ ਹੀ ਇੱਕ ਕਹਿੰਦੇ ਅਰਧ ਗੋਲਾ ਲਿਆ ਹੈ, ਜਿੰਨਾ ਦੋਨਾਂ ਦਾ ਜੋ ਅਰਧ ਵਿਆਸ ਹੈ ਦੇਖੋ ਸੇਮ ਹੈ। ਆਹ ਵਾਲਾ ਚੱਕਰ ਜਿਹੜਾ ਹੈ ਇਹ ਦੋਨਾਂ ਦੇ ਵਿੱਚ ਸੇਮ ਹੈ, ਸ਼ੰਕੂ ਦੇ ਵਿੱਚ ਵੀ ਤੇ ਇਹ ਵੀ, ਮਤਲਬ ਕਿ ਜਿੰਨਾ ਇਹਨਾਂ ਦਾ ਅਰਧ ਵਿਆਸ ਹੈ ਓਨਾ ਹੀ ਇਹਦਾ ਅਰਧ ਵਿਆਸ ਹੈ। ਤੇ ਖਿਡੌਣੇ ਦੀ ਕੁੱਲ ਉਚਾਈ ਕਿੰਨੀ ਦਿੱਤੀ ਹੋਈ ਆ 15.5 ਸੈਂਟੀਮੀਟਰ। ਇੱਥੋਂ ਲੈ ਕੇ ਇੱਥੇ ਨੀਚੇ ਤੱਕ ਉਹ ਦਿੱਤੀ ਹੋਈ ਹੈ 15.5 ਸੈਂਟੀਮੀਟਰ ਗਿਵਨ ਹੈ। ਹੁਣ ਦੇਖੋ ਬੇਟਾ ਇਹਨੂੰ ਚੰਗੀ ਤਰ੍ਹਾਂ ਸਮਝੋ, ਇਸ ਕੰਸੈਪਟ ਨੂੰ ਕੀ ਹੈ ਕਿ ਸ਼ੰਕੂ ਦਾ ਜੋ ਆਹ ਖਿਡੌਣੇ ਦੀ ਜੋ ਟੋਟਲ ਉਚਾਈ 15.5 ਹੈ, ਇਹਦਾ ਦੇਖੋ ਅਰਧ ਵਿਆਸ ਕਿੰਨਾ ਦਿੱਤਾ ਹੋਇਆ 3.5 ਸੈਂਟੀਮੀਟਰ। ਜੇ ਆਹ 3.5 ਆ ਤੇ ਇਹ ਵੀ ਕਿੰਨਾ ਹੋਏਗਾ 3.5 ਸੈਂਟੀਮੀਟਰ। ਇਹਦਾ ਮਤਲਬ ਕੀ ਹੋ ਗਿਆ ਕਿ ਜੋ ਆਹ ਡਿਸਟੈਂਸ ਹੈ ਉਹ ਵੀ ਕਿੰਨਾ ਬਣ ਗਿਆ 3.5 ਸੈਂਟੀਮੀਟਰ ਬਣ ਗਿਆ। ਆਹ 3.5 ਆ ਤੇ ਇਹਦਾ ਜੇ ਆਪਾਂ ਸ਼ੰਕੂ ਦਾ ਕੱਢੀਏ, ਆਹ ਵਾਲੀ ਹਾਈਟ ਇਹਦੀ ਕਿੰਨੀ ਬਣ ਜਾਏਗੀ, ਅਸੀਂ ਟੋਟਲ 15.5 ਦੇ ਵਿੱਚੋਂ 3.5 ਮਾਈਨਸ ਕਰ ਦਾਂਗੇ ਤਾਂ ਉਹ ਆਹ ਡਿਸਟੈਂਸ ਆ ਜਾਏਗਾ। ਤੇ ਇਹ ਜੋ ਡਿਸਟੈਂਸ ਹੈ ਜਦੋਂ ਅਸੀਂ ਇਹਨੂੰ ਮਾਈਨਸ ਕਰਾਂਗੇ 15.5 ਚੋਂ 3.5 ਨੂੰ, ਤੇ ਇਹ ਸਾਡੇ ਕੋਲ ਆ ਜਾਏਗਾ 12 ਸੈਂਟੀਮੀਟਰ। ਸੋ ਆਹ 12 ਬਣ ਗਿਆ, 3.5 ਸੀ, ਆ ਵੀ 3.5 ਸੀ, ਟੋਟਲ ਸੀ 15.5। ਹੁਣ ਜੋ ਅਸੀਂ ਕੀਤਾ ਹੋਇਆ ਇਹਨੂੰ ਸਾਰਾ ਅਸੀਂ ਲਿਖ ਦੇਣਾ ਜੋ ਹੈ ਇਹਦੇ ਸੋਲਿਊਸ਼ਨ ਦੇ ਵਿੱਚ, ਇਹਦੇ ਹੱਲ ਦੇ ਵਿੱਚ ਦੇਖੋ ਕੀ ਲਿਖਣਾ, ਜੋ ਸ਼ੰਕੂ ਦਾ ਅਰਧ ਵਿਆਸ ਹੈ, ਜੋ ਸ਼ੰਕੂ ਦਾ ਅਰਧ ਵਿਆਸ ਹੈ ਦੇਖੋ ਦੋਨੋਂ ਇਕੁਅਲ ਦਿੱਤੇ ਹੋਏ ਆ। ਇਹਦੇ ਸੋਲਿਊਸ਼ਨ ਦੇ ਵਿੱਚ ਲਿਖੋ ਬੇਟਾ ਇਹਨੂੰ ਇੱਦਾਂ ਹੀ ਐਜ਼ ਇਟ ਇਜ਼ ਹੀ, ਜੋ ਸ਼ੰਕੂ ਦਾ ਅਰਧ ਵਿਆਸ ਹੈ ਉਹ ਕਿਹਦੇ ਇਕੁਅਲ ਹੈ, ਅਰਧ ਗੋਲੇ ਦੇ ਅਰਧ ਵਿਆਸ ਦੇ। ਅਰਧ ਗੋਲਾ ਜਿਹਦੇ ਉੱਪਰ ਖਿਡੌਣਾ ਟਿਕਿਆ ਹੋਇਆ ਹੈ, ਅਰਧ ਗੋਲੇ ਦਾ ਅਰਧ ਵਿਆਸ, ਜਿਹਨੂੰ ਅਸੀਂ ਕੈਪੀਟਲ ਆਰ ਦਾ ਨਾਮ ਦਿੱਤਾ ਸੀ, ਤਾਂ ਇਹ ਕਿਹਦੇ ਇਕੁਅਲ ਹੈ 3.5 ਸੈਂਟੀਮੀਟਰ ਦੇ। ਖਿਡੌਣੇ ਦੀ ਦੇਖੋ ਜਿਹੜੀ ਟੋਟਲ ਉਚਾਈ ਦਿੱਤੀ ਹੋਈ ਆ, ਟੋਟਲ ਖਿਡੌਣਾ ਕਿੰਨਾ 15.5, ਇਹਨੂੰ ਵੀ ਅਸੀਂ ਐਜ਼ ਇਟ ਇਜ਼ ਹੀ ਲਿਖ ਦਿੰਦੇ ਹਾਂ, ਜੋ ਖਿਡੌਣੇ ਦੀ ਕੁੱਲ ਉਚਾਈ ਹੈ ਉਹ ਕਿਹਦੇ ਇਕੁਅਲ ਬਣ ਗਈ 15.5, ਇਹ ਗਿਵਨ ਹੈ। ਉਸ ਤੋਂ ਬਾਅਦ ਆਪਾਂ ਸ਼ੰਕੂ ਦੀ ਉਚਾਈ ਕੱਢੀ ਆ, ਟੋਟਲ ਵਿੱਚੋਂ 3.5 ਨੂੰ ਮਾਈਨਸ ਕਰ ਦਿੱਤਾ। ਠੀਕ ਹੈ, ਤਾਂ ਸਾਡੇ ਕੋਲ ਜੋ ਹੈ ਉਹ ਸ਼ੰਕੂ ਦੀ ਉਚਾਈ ਹੈ, ਉਹਨੂੰ ਅਸੀਂ ਕੈਪੀਟਲ ਐਚ ਨਾਲ ਡਿਨੋਟ ਕਰ ਲੈਂਦੇ ਹਾਂ, ਕਿਉਂਕਿ ਆਪਾਂ ਸ਼ੰਕੂ ਦਾ ਜੋ ਇਹਦਾ ਵੀ ਕੈਪੀਟਲ ਆਰ ਨਾਲ ਲਿਆ, ਇਹਨੂੰ ਕੈਪੀਟਲ ਐਚ ਲਿਖ ਲੈਂਦੇ ਹਾਂ। ਇਹ ਕਿੰਨੀ ਹੈ ਤੁਹਾਡੇ ਕੋਲ ਟੋਟਲ 15.5 ਹੈ, ਇਹਦੇ ਵਿੱਚੋਂ ਅਸੀਂ 3.5 ਮਾਈਨਸ ਕਰ ਦਿੱਤਾ ਤੇ ਇਹ ਤੁਹਾਡੇ ਕੋਲ ਆ ਗਈ 12 ਸੈਂਟੀਮੀਟਰ। ਹੁਣ ਮੈਂ ਤੁਹਾਨੂੰ ਪਹਿਲਾਂ ਵੀ ਕੁਐਸਚਨ 'ਚ ਦੱਸ ਚੁੱਕੀ ਹਾਂ ਕਿ ਆਪਾਂ ਸ਼ੰਕੂ ਦੀ ਤਿਰਛੀ ਉਚਾਈ ਕਿੱਦਾਂ ਕੱਢ ਸਕਦੇ ਹਾਂ। ਆਹ ਦੇਖੋ 12 ਆ, ਆਹ 3.5 ਆ, ਇਹ ਅਸੀਂ ਹਾਈਟ ਕੱਢ ਸਕਦੇ ਹਾਂ ਪਾਈਥਾਗੋਰਸ ਥਿਊਰਮ ਦੇ ਨਾਲ। ਤੇ ਐਚ ਆ ਜੋ ਕਰਨ ਬਣਦਾ ਪਿਆ ਇਹ ਕਿਹਦੇ ਇਕੁਅਲ ਹੋਏਗਾ, ਇਹਨਾਂ ਦੋਨਾਂ ਦੇ ਵਰਗ ਦੇ ਜੋੜ ਦੇ, ਇਹਨਾਂ ਦੋਨਾਂ ਦਾ ਸਕੁਏਅਰ ਕਰੂੰਗੇ, ਉਹਨੂੰ ਸਮ ਕਰੂੰਗੇ, ਫਿਰ ਉਹਦਾ ਲਵਾਂਗੇ ਅੰਡਰ ਰੂਟ। ਠੀਕ ਹੈ, ਉਹ ਬਣ ਜਾਏਗੀ ਸ਼ੰਕੂ ਦੀ ਤਿਰਛੀ ਉਚਾਈ। ਪਾਈਥਾਗੋਰਸ ਥਿਊਰਮ ਲੱਗਣੀ ਹੈ ਬੇਟਾ, ਉਹਦੇ ਵਿੱਚ ਮੈਂ ਤੁਹਾਨੂੰ ਪਿੱਛੇ ਦੱਸ ਚੁੱਕੀ ਇਸ ਚੀਜ਼ ਬਾਰੇ, ਸ਼ੰਕੂ ਦੀ ਤਿਰਛੀ ਉਚਾਈ ਕੱਢਣੀ ਦੱਸ ਚੁੱਕੀ ਹਾਂ। ਸ਼ੰਕੂ ਦੀ ਜੋ ਤਿਰਛੀ ਉਚਾਈ ਹੁੰਦੀ ਹੈ ਉਹ ਕਿਹਦੇ ਇਕੁਅਲ ਬਣੇਗੀ ਅੰਡਰ ਰੂਟ ਆਫ ਕੈਪੀਟਲ ਆਰ, ਦੇਖੋ ਕੈਪੀਟਲ ਆਰ ਸਕੁਏਅਰ ਪਲੱਸ ਆਹ ਵਾਲਾ ਐਚ ਜੋ ਇਹਦੀ ਹਾਈਟ ਦਿੱਤੀ ਹੋਈ ਸੀ, ਕੈਪੀਟਲ ਆਰ ਸਕੁਏਅਰ ਪਲੱਸ ਐਚ ਸਕੁਏਅਰ, ਆ 12 ਸੈਂਟੀਮੀਟਰ ਸੀ ਨਾ, ਕੈਪੀਟਲ ਆਰ ਸਕੁਏਅਰ। ਹੁਣ ਕੈਪੀਟਲ ਆਰ ਕਿੰਨਾ ਸੀ 3.5, ਇਹਦੀ ਵੈਲਿਊਜ਼ ਪੁੱਟ ਕਰ ਦਿਓ, 3.5 ਸੈਂਟੀਮੀਟਰ ਲਿਖ ਲੈਣਾ ਇੱਥੇ, ਤੇ ਪਲੱਸ ਹੈ ਸਾਡੇ ਕੋਲ 12 ਸੈਂਟੀਮੀਟਰ ਸਕੁਏਅਰ, ਜਾਂ ਫਿਰ ਇੱਥੇ ਬਾਹਰ ਹੀ ਮੈਂ ਸੈਂਟੀਮੀਟਰ ਲਿਖ ਦਿੰਦੀ ਹਾਂ। ਉਸ ਤੋਂ ਬਾਅਦ ਦੇਖੋ ਬੇਟਾ ਇਹਨੂੰ ਸੋਲਵ ਕਰਨਾ। ਹੁਣ ਇਹਨੂੰ ਸੋਲਵ ਕਰਨ ਦਾ ਦੇਖੋ ਕੀ ਮੈਥਡ ਹੈ, ਅੰਡਰ ਰੂਟ। ਹੁਣ 3.5 ਦਾ ਜੋ ਸਕੁਏਅਰ ਕਰਨਾ ਤੁਸੀਂ ਜਦੋਂ ਸੋਲਵ ਕਰੋਗੇ ਬਣੇਗਾ 12.25, ਔਰ 12 ਦਾ ਸਕੁਏਅਰ ਹੈ ਜੋ ਕਿੰਨਾ ਹੁੰਦਾ 144 ਸੈਂਟੀਮੀਟਰ। ਇਹਨਾਂ ਦੋਨਾਂ ਨੂੰ ਕਰ ਦਿਓ ਐਡ ਕਰਨ ਤੋਂ ਬਾਅਦ ਇਹਦਾ ਅੰਡਰ ਰੂਟ ਲਓ, ਐਡ ਕਰਕੇ ਦੇਖੋ ਬਣੇਗਾ ਤੁਹਾਡੇ ਕੋਲ 156.25, ਤੇ ਜਦੋਂ ਇਹਨੂੰ ਸੋਲਵ ਕੀਤਾ ਅੰਡਰ ਰੂਟ ਚੋਂ ਬਾਹਰ ਕੱਢਿਆ ਤਾਂ ਇਹ ਬਣੇਗਾ 12.5। ਹੋਪਸ ਹੋ ਕਿ ਤੁਹਾਨੂੰ ਆਹ ਚੀਜ਼ ਕੱਢਣੀ ਆਉਂਦੀ ਹੈ।
ठीक है, मैं तुहानूं पिछली वीडियोज़ विच भी दस्सिया होया कि इहनूं असीं किद्दां सॉल्व करदे हां। जिन्हों नहीं पता वो देख सकते हैं। ठीक है, इहदा बनना 12.5 सेंटीमीटर। ये तुहाडे कोल की आ गई शंकु की तिरछी उचाई आ गई। हुण उस तो बाद की असीं करना, खिलौने की देखो इन्होंने फाइंड आउट करने की किया होया, खिलौने की कुल सतह का खेत्रफल। जो खिलौने की कुल सतह का खेत्रफल है वो किहदे बराबर होएगा। देखो ये की आ रहा, आ भी आ रहा साडे कोल शंकु की वक्र सतह भी आ रही है, तो एक साडे कोल अर्ध गोले की वक्र सतह आ रही है। तो मतलब की है, टोटल जो खिलौने का खेत्रफल कुल सतह का वो इन्होंने दोनों की वक्र सतह नूं जोड़ के बनता। सो यही असीं कंडीशन लिखण लगे हाँ। ठीक है, इनू लिख लो पूरी तरह, इनू इदां ही। ठीक है, खिलौने की जो कुल सतह का खेत्रफल है वो किहदे बराबर बन गया, शंकु की वक्र सतह का खेत्रफल प्लस अर्ध गोले की वक्र सतह का खेत्रफल। ठीक है, दोनों मिला के बन रहा खिलौना, इस करके ये असीं इक्वल करता। हुण देखो इन्हां दे फॉर्मूले की है। जो शंकु की वक्र सतह का खेत्रफल है वो बन गया कैपीटल आर पाई आर एल प्लस अर्ध गोले का कितना हुंदा है 2 पाई आर स्क्वेयर। ठीक है, हुण इहदे विचों कॉमन देखो की आ रहा, इहदे विचों कॉमन आ रहा पाई आ रहा तो आर कॉमन आ रहा। पाई नूं ते आर नूं बाहर लै लैंदी हाँ, क्योंकि अर्ध व्यास बेटा दोनों का सेम सी, इस करके अर्ध व्यास है जो सेम आएगा। पाई आर बाहर आ गया, जे आ पाई आर बाहर कढ़िया ये विचों अंदर की रह गया एल रह गया, पाई आर बाहर कढ़िया तो ये विचों अंदर की बच गया आर स्क्वेयर, नाल 2 भी है। ठीक है, ये साडे कोल आ गया एल प्लस 2 इंटू आर। बस हुण असीं कुछ नहीं करना, इन्हां दी सिर्फ वैल्यूज़ पुट करनी है तो साडे कोल आंसर आ जाएगा। वैल्यूज़ देखो किद्दां पुट करनी, पाई की वैल्यू देखो कितनी होंगी 22/7 होंगी, तुहानूं पता ही है। कैपीटल आर देखो असीं लिखा होया कितना 3.5, कैपीटल आर की जगह पर लिख लो 3.5। एल कितना दिता होया, एल जो असीं कढ़ चुके हैं देखो शंकु की तिरछी उचाई प्लस 2 इंटू आर कितना दिता होया 3.5। आर की वैल्यू भी पुट कर देनी असीं 2 इंटू 3.5। ठीक है, सारा सेंटीमीटर स्क्वेयर च आ रहा। बस हुण असीं इहनूं सॉल्व करना। ठीक है, इहनूं पहले 2 दे नाल मल्टीप्लाई कर लो, कितना आंसर आंदा उहदे विच ऐड कर दो 12.5। जदों तुसीं इहनूं ऐड करोगे, ऐड करन तो बाद तुहाडा सारा बनेगा ये आ जाएगा 22/7। कैलकुलेशन बेटा तुसीं आप नाल करके देख लियो इहनूं, 3.5 है, सॉल्व करन तो बाद आ जाएगा 19.5 सेंटीमीटर स्क्वेयर। उस तो बाद फिर तुसीं सब नूं मल्टीप्लाई करो, मल्टीप्लाई करन तो बाद आ जाएगा, इनू तुसीं खुद वेरीफाई करो, मल्टीप्लीकेशन करो इनू, ये बनेगा सेंटीमीटर स्क्वेयर। 7 नाल डिवाइड करन तो बाद इहदा आंसर बन जाएगा 214.5 सेंटीमीटर स्क्वेयर। सो ये जो साडे कोल आया ये की बन गया खिलौने की कुल सतह का खेत्रफल। ठीक है, इस तरह तुसीं इनू सॉल्व करना। हाँ जी, देखो लास्ट क्वेश्चन भी देखो, मैच द फॉलोइंग। तुसीं जिहड़े मिलान चिन्ह आने बेटा, मिलान चिन्ह दे विच भी तुसीं जिन्ने भी तुहाडे सारे फॉर्मूलेज हैगे आ उन्हां नूं अच्छी तरह लर्न कर लो। ठीक है, इन्हां दे विचों आंदा कुछ टोटल सरफेस एरिया जो हुंदा इहदा सफीयर दा वो हुंदा है 4 पाई आर स्केयर दे इक्वल हुंदा है। इहनूं नाल दी नाल ही याद कर लो। ठीक है, 4 पाई आर स्केयर हो गया। उस तो बाद की पूछा होया इन्हां ने, कर्वड सरफेस एरिया ऑफ कोन, कोन दा शंकु की वक्र सतह का खेत्रफल पूछ लिया, वो किहदे इक्वल हुंदा, ये भी तुहानूं दस्सिया होया पाई आर एल दे इक्वल हुंदा। उस तो बाद आ गया वॉल्यूम ऑफ सिलेंडर, सिलेंडर का जो बेलन का जो आयतन है वो किहदे इक्वल हुंदा पाई आर स्केयर एच दे। और लास्ट में जो ऑप्शन बची है वॉल्यूम ऑफ कोन, वो की है तुहाडे कोल 1/3 पाई आर स्केयर एच। ठीक है, सो ये सी तुहाडे कोल वीकली टैसट इस चैप्टर का। ये भी इंपॉर्टेंट क्वेश्चन है बेटा, इन्हूं सब नूं ध्यान दे नाल बहुत चंगी तरह तुसीं इहनूं कर लो। होप्स हो कि सारिਆਂ ਨੂੰ क्वेश्चन बहुत चंगी तरह समझ आ गए होणगे। ਜੇ ਤੁਹਾਨੂੰ समझ आ गया, ਤੁਸੀਂ ਹੋਰ ਵੀ ਵੀਡੀਓਜ਼ ਅੱਗੇ ਦੇਖਣਾ ਚਾਹੁੰਦੇ ਹੋ ਤੇ ਮੇਰੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਠੀਕ ਹੈ, ਬੈਲ ਆਈਕਨ ਪ੍ਰੈਸ ਕਰ ਸਕਦੇ ਹੋ ਤਾਂ ਕਿ ਜੋ ਵੀਡੀਓ ਮੈਂ ਅਪਲੋਡ ਕਰਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਹੀ ਪਹੁੰਚੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਾ ਵੀਡੀਓ।